सत श्री अकाल दोस्तों, जिद्दां आपां नूं पता ही आ पॉलिटी के क्वेश्चन बहुत पेपरां दे विच आउंदे आ ते आपां अज मोस्ट इंपोर्टेंट पॉलिटी के क्वेश्चन कवर करने की कोशिश करांगे। वो क्वेश्चन करांगे जिहड़े रिपीट ही हुंदे आ पेपरां दे विच, बहुत सारे पेपरां दे विच रिपीटिड क्वेश्चन हुंदे आ ते आपां प्रीवियस ईयर दे जिन्ने भी क्वेश्चन आ उन्हां दे विचों आपां सारे पॉलिटी के क्वेश्चन चक्के आ ते आपां कवर करने की कोशिश कीती आ। तो आपां स्टार्ट करते हैं पहले क्वेश्चन तो। Which act of British Parliament abolished the East India Company monopoly over trade in India? ਉਹ ਕਹਿੰਦੇ ਆ ਬ੍ਰਿਟਿਸ਼ ਪਾਰਲੀਮੈਂਟ ਨੇ ਕਿਹੜਾ ਐਕਟ ਲਿਆਂਦਾ ਜਿਹਦੇ ਥਰੂ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਤਾ ਟ੍ਰੇਡ ਕਰਨ ਵਿੱਚ ਇੰਡੀਆ ਦੇ ਵਿੱਚ। ਤਾਂ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਨ ਵਾਸਤੇ ਕਿਹੜਾ ਐਕਟ ਲੈ ਕੇ ਆਂਦਾ? ਚਾਰਟਰ ਐਕਟ 1813 ਦੇ ਵਿੱਚ। ਹੁਣ ਆਪਾਂ ਨੂੰ ਚਾਰਟਰ ਐਕਟ 1813 ਦੇ ਵਿੱਚ ਰਾਈਟ ਆਨਸਰ ਤਾਂ ਇਹਦਾ ਇਹ ਆ, ਪਰ ਆਪਣੇ ਤੋਂ ਕਈ ਵਾਰ ਪੁੱਛ ਲੈਂਦੇ ਆ ਚਾਰਟਰ ਐਕਟ ਕਿਹੜਾ ਕਿੰਨੇ ਵਿੱਚ ਆਇਆ, ਕਿਹੜਾ ਕਿੰਨੇ ਵਿੱਚ ਆਇਆ, ਹੈ ਨਾ। ਚਾਰਟਰ ਐਕਟ ਜਿਹੜਾ ਪਹਿਲਾ ਆਇਆ ਸੀ ਉਹ ਸੀਗਾ 1793 ਦੇ ਵਿੱਚ। 1793 ਦੇ ਵਿੱਚ ਪਹਿਲਾ ਚਾਰਟਰ ਐਕਟ ਆਇਆ। ਫਿਰ ਆਇਆ 1813 ਦੇ ਵਿੱਚ ਦੂਜਾ ਚਾਰਟਰ ਐਕਟ। ਦੂਜੇ ਚਾਰਟਰ ਐਕਟ ਤੋਂ ਬਾਅਦ ਤੀਜਾ ਚਾਰਟਰ ਐਕਟ ਆਇਆ 1833 ਦੇ ਵਿੱਚ। ਤੀਜੇ ਚਾਰਟਰ ਐਕਟ ਤੋਂ ਬਾਅਦ ਆਇਆ 1833 ਤੋਂ ਬਾਅਦ ਚੌਥਾ ਚਾਰਟਰ ਐਕਟ। ਚੌਥਾ ਚਾਰਟਰ ਐਕਟ ਸੀਗਾ 1853 ਦੇ ਵਿੱਚ। 1853 ਦੇ ਵਿੱਚ ਪੂਰੀ ਤਰ੍ਹਾਂ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਤਾ ਅਤੇ 1858 ਦੇ ਵਿੱਚ ਕਰਾਊਨ ਰੂਲ ਆ ਗਿਆ। ਬ੍ਰਿਟਿਸ਼ ਨੇ ਸਾਰੀ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਕੇ ਆਪਣੇ ਕੋਲ ਪਾਰਲੀਮੈਂਟ ਪਾਵਰ ਲੈ ਲਈ, ਪਾਰਲੀਮੈਂਟਰੀ ਸਾਰੀ ਪਾਵਰ ਆਪਣੇ ਕੋਲ ਲੈ ਲਈ। ਠੀਕ ਹੈ ਦੋਸਤੋ। ਤਾਂ ਫਿਰ ਉਸ ਤੋਂ ਬਾਅਦ ਇਹਨਾਂ ਚਾਰਟਰ ਐਕਟ ਦੇ ਵਿੱਚ 20 ਸਾਲਾਂ ਦਾ ਡਿਫਰੈਂਸ, ਸਾਰੇ ਚਾਰਟਰ ਐਕਟ ਦੇ ਵਿੱਚ 20 ਸਾਲਾਂ ਦਾ ਡਿਫਰੈਂਸ ਹੈ। 1793 ਤੋਂ ਲੈ ਕੇ 1813 ਤੱਕ 20 ਸਾਲਾਂ ਦਾ, 1813 ਤੋਂ 1833 ਤੱਕ 20 ਸਾਲਾਂ ਦਾ, 1833 ਤੋਂ 1853 ਤੱਕ 20 ਸਾਲਾਂ ਦਾ। ਇੱਦਾਂ ਸਾਰਿਆਂ ਦੇ ਵਿੱਚ 20 ਸਾਲਾਂ ਦਾ ਡਿਫਰੈਂਸ ਹੈ। ਚਲੋ ਜੀ ਆਪਾਂ ਕੁਐਸਚਨ ਅਗਲੇ ਵੱਲ ਮੂਵ ਕਰਦੇ ਹਾਂ। ਉਹ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਐਕਟ ਆ ਜਿਹੜਾ ਲੈਜਿਸਲੇਟਿਵ ਕੌਂਸਲ ਆਫ ਇੰਡੀਆ ਨੇ ਪਾਵਰ ਦਿੱਤੀ ਸੀਗੀ ਵੀ ਤੁਸੀਂ ਡਿਸਕਸ ਕਰ ਸਕਦੇ ਹੋ ਬਜਟ ਨੂੰ। ਤਾਂ ਲੈਜਿਸਲੇਟਿਵ ਕੌਂਸਲ ਇੰਡੀਅਨ ਕੌਂਸਲ ਐਕਟ 1892। ਇਹਦਾ ਸਹੀ ਆਨਸਰ ਆ ਬੀ ਆਨਸਰ। In which of the following act the provision was made for the establishment of Supreme Court at Calcutta? ਆਪਾਂ ਸਾਰਿਆਂ ਨੂੰ ਪਤਾ ਕਿ ਸੁਪਰੀਮ ਕੋਰਟ ਕਲਕੱਤਾ ਦੇ ਵਿੱਚ ਹੈ। ਠੀਕ ਹੈ ਦੋਸਤੋ। ਤੇ ਕਿਹੜੇ ਐਕਟ ਦੇ ਥਰੂ ਬਣੀ? ਤਾਂ ਆਪਾਂ ਸਾਰਿਆਂ ਨੂੰ ਪਤਾ 1773 ਵਾਲੇ ਐਕਟ ਦੇ ਥਰੂ ਬਣੀ। ਠੀਕ ਹੈ। ਤੇ ਜੇ ਪੁੱਛ ਲੈਣ ਇਹਨਾਂ ਦੇ ਪਹਿਲੇ ਚੀਫ ਜਸਟਿਸ ਕੋਰਟ ਦੇ ਉਹ ਕੌਣ ਸੀਗਾ, ਤਾਂ ਫਿਰ ਸੀਗਾ ਸਰ ਅਲੀਜਾ ਐਮਫੇ। ਤੁਸੀਂ ਵਾਰ-ਵਾਰ ਰਿਪੀਟ ਕਰਨਾ ਨਾਮ, ਨਾਲ ਬੋਲਣਾ ਤਾਂ ਤੁਹਾਨੂੰ ਇੱਕ ਨਾਮ ਬਹੁਤ ਜਲਦੀ ਯਾਦ ਹੋ ਜਾਊਗਾ, ਸਰ ਅਲੀਜਾ ਐਮਫੇ। ਨੈਕਸਟ ਕੁਐਸਚਨ ਵੱਲ ਦੇਖਦੇ ਹਾਂ। ਉਹ ਕਹਿੰਦੇ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਆ ਐਸਟੈਬਲਿਸ਼ਮੈਂਟ ਆਫ ਦਾ ਸੁਪਰੀਮ ਕੋਰਟ ਦੀ? ਉਹ ਕਹਿੰਦੇ ਸੁਪਰੀਮ ਕੋਰਟ ਐਟ ਕਲਕੱਤਾ ਵਾਜ਼ ਐਸਟੈਬਲਿਸ਼ਡ ਬਾਈ ਰੈਗੂਲੇਟਿੰਗ ਐਕਟ 1773। ਹੁਣ ਪਿਛਲੇ ਕੁਐਸਚਨ 'ਚ ਆਪਾਂ ਦੇਖਿਆ ਕਿ ਰੈਗੂਲੇਟਿੰਗ ਐਕਟ 1773 ਦੇ ਥਰੂ ਬਣੀ ਸੁਪਰੀਮ ਕੋਰਟ ਕਲਕੱਤਾ ਦੇ ਵਿੱਚ। ਇਹ ਕੁਐਸਚਨ ਲਾਈਨ ਬਿਲਕੁਲ ਪਹਿਲੀ ਸਟੇਟਮੈਂਟ ਬਿਲਕੁਲ ਸਹੀ ਹੈ। ਹੁਣ ਦੂਜੀ ਸਟੇਟਮੈਂਟ ਦੇ ਵਿੱਚ ਦੇਖੋ, ਕਿਤੇ ਮੈਂ ਤੁਹਾਨੂੰ ਦੱਸਿਆ ਵੀ ਇਹ ਬੰਦਾ ਸੀਗਾ ਚੀਫ ਜਸਟਿਸ ਆਫ ਕੋਰਟ, ਤਾਂ ਫਿਰ ਇਹ ਸਟੇਟਮੈਂਟ ਹੁੰਦੀ ਹੈ ਗਲਤ। ਤਾਂ ਤੁਸੀਂ ਦੱਸੋ ਪਹਿਲਾ ਚੀਫ ਜਸਟਿਸ ਆਫ ਕੋਰਟ ਕੌਣ ਸੀਗਾ? ਸਰ ਅਲੀਜਾ ਐਮਫੇ। ਤਾਂ ਇਹਦਾ ਕਰੈਕਟ ਆਨਸਰ ਹੈਗਾ ਏ। ਅਗਲੇ ਕੁਐਸਚਨ ਵੱਲ ਦੇਖਦੇ ਹਾਂ। ਉਹ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਐਕਟ ਆ ਜਿਹਨੇ ਫੈਡਰਲ ਕੋਰਟ ਇਨ ਇੰਡੀਆ ਦੇ ਕ੍ਰੀਏਟ ਕੀਤਾ? ਫੈਡਰਲ ਕੋਰਟ ਇੰਡੀਆ ਦੇ ਵਿੱਚ ਕ੍ਰੀਏਟ ਕਦੋਂ ਹੋਇਆ? ਤਾਂ ਐਗਜ਼ੈਕਟ ਡੇਟ ਆ 1837, ਸੌਰੀ 1937। ਠੀਕ ਹੈ। 1 ਅਕਤੂਬਰ, ਨਾਲ ਡੇਟ ਵੀ ਜ਼ਰੂਰ ਯਾਦ ਰੱਖਣੀ ਹੈ, 1 ਅਕਤੂਬਰ। ਅਤੇ ਕਿਹੜੇ ਐਕਟ ਦੇ ਥਰੂ ਆਪਾਂ ਪੁੱਛਿਆ, ਜੇ ਗੱਲ ਕਰਨ ਕਿਹੜੇ ਐਕਟ ਦੇ ਥਰੂ, ਤਾਂ ਉਹ ਹੈਗਾ 1935 ਗਵਰਨਮੈਂਟ ਆਫ ਇੰਡੀਆ ਐਕਟ ਦੇ ਥਰੂ। ਠੀਕ ਹੈ ਜੀ। ਫੈਡਰਲ ਕੋਰਟ ਆਫ ਇੰਡੀਆ ਵਾਸ ਐਸਟੈਬਲਿਸ਼ ਇਨ ਵਿਚ ਆਫ ਈਅਰ? ਹੁਣੇ ਮੈਂ ਦੱਸ ਕੇ ਹਟਿਆ 1937। ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਐਕਟ ਅਤੇ ਐਸਟੈਬਲਿਸ਼ ਦਾ ਈਅਰ। ਐਸਟੈਬਲਿਸ਼ ਈਅਰ ਹੈਗਾ 1937, 1 ਅਕਤੂਬਰ 1937।
ਤੇ ਜੇ ਗੱਲ ਕਰ ਲੈਣ ਕਿਹੜੇ ਐਕਟ ਦੇ ਥਰੂ, ਤਾਂ ਸੀਗਾ ਗਵਰਨਮੈਂਟ ਆਫ ਇੰਡੀਆ ਐਕਟ 1935। ਹੁਣ ਆਹ ਕੁਐਸਚਨ ਬਹੁਤ ਵਾਰ ਆਇਆ ਕੁਐਸਚਨ ਪੇਪਰਾਂ ਦੇ ਵਿੱਚ। ਪੀਪੀਐਸਸੀ ਦੇ ਬਹੁਤ ਸਾਰੇ ਪੇਪਰ ਆ ਜਿਨ੍ਹਾਂ ਦੇ ਵਿੱਚ ਕੁਐਸਚਨ ਪੁੱਛਿਆ ਗਿਆ, ਵਾਰ-ਵਾਰ ਰਿਪੀਟ ਹੁੰਦਾ। ਹੁਣ ਆਪਾਂ ਸਾਰਿਆਂ ਨੂੰ ਪਤਾ, ਤੁਸੀਂ ਨਾ ਕੋਸ਼ਿਸ਼ ਕਰਿਆ ਕਰੋ ਇਹਨਾਂ ਨੂੰ ਮੈਚ ਕਰਨ ਦੀ। ਉਹ ਕਹਿੰਦੇ ਆ ਇਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ, ਸੋਰੀ ਇੱਥੇ ਆ ਗਿਆ। ਉਹ ਕਹਿੰਦੇ ਇਸਟੈਬਲਿਸ਼ਮੈਂਟ ਸੁਪਰੀਮ ਕੋਰਟ ਦੀ ਕਦੋਂ ਹੋਈ? 1773 ਦੇ ਵਿੱਚ। ਮਤਲਬ ਹੁਣ ਬੀ ਦਾ ਆ ਗਿਆ ਏ, ਠੀਕ ਹੈ। ਉਹ ਕਹਿੰਦੇ ਬੋਰਡ ਇਸਟੈਬਲਿਸ਼ਮੈਂਟ ਆਫ ਬੋਰਡ ਆਫ ਕੰਟਰੋਲ। ਹੁਣ ਬੋਰਡ ਆਫ ਕੰਟਰੋਲ ਦੀ ਇਸਟੈਬਲਿਸ਼ਮੈਂਟ ਕਦੋਂ ਹੋਈ? ਪਿਟਸ ਇੰਡੀਆ ਐਕਟ 1774 ਦੇ ਵਿੱਚ, ਠੀਕ ਹੈ। ਹੁਣ ਏ ਦਾ ਆ ਗਿਆ 2, ਠੀਕ ਹੈ। ਉਸ ਤੋਂ ਬਾਅਦ ਕਹਿੰਦੇ ਪਰਮਿਸ਼ਨ ਟੂ ਇੰਗਲਿਸ਼ ਮਸ਼ੀਨਰੀ ਟੂ ਵਰਕ ਇਨ ਇੰਡੀਆ। ਹੁਣ ਇੰਗਲਿਸ਼ ਮਸ਼ੀਨਰੀ ਨੂੰ ਵਰਕ ਕਰਨ ਵਾਸਤੇ ਇੰਡੀਆ ਦੇ ਵਿੱਚ ਕਦੋਂ ਪਰਮਿਸ਼ਨ ਮਿਲੀ? ਤਾਂ ਉਹ ਸੀਗਾ ਚਾਰਟਰ ਐਕਟ 1813 ਦੇ ਵਿੱਚ। ਹੁਣ ਸੀ ਦਾ ਆ ਗਿਆ 3, ਠੀਕ ਹੈ ਜੀ। ਉਸ ਤੋਂ ਬਾਅਦ ਰਹਿ ਗਈ ਇੱਕ ਅਪੋਇੰਟਮੈਂਟ ਆਫ ਲਾਅ ਮੈਂਬਰ ਗਵਰਨਰ ਜਨਰਲ ਕੌਂਸਲ ਦਾ, ਉਹ ਬਣਿਆ 1833 ਦੇ ਵਿੱਚ, ਠੀਕ ਹੈ। ਹੁਣ ਇੱਥੇ ਵੇਖੋ ਸੀ ਦਾ 3, ਬਾਕੀ ਆ ਦੋਨੋਂ ਸੀ ਅਤੇ ਡੀ ਰਿਮੂਵ ਹੁੰਦੀਆਂ ਪਈਆਂ, ਠੀਕ ਹੈ। ਤਾਂ ਰਹਿ ਗਿਆ ਆਪਣੇ ਕੋਲ ਏ ਬੀ, ਠੀਕ ਹੈ। ਉਸ ਤੋਂ ਬਾਅਦ ਪਹਿਲੇ ਦਾ ਆਂਸਰ ਸੀਗਾ 2,